ਵਿਸਾਖੀ ਵਾਲੇ ਦਿਨ ਸੰਗ ਤੱਚ ਖੜ ਕੇ ਗੁਰੂ ਦਸ਼ਮੇਸ਼ ਬੁੱਲੇ ਤੇਗ ਫੜ ਕੇ ਸੱਜਨਾਮੇ ਅੱਜ ਹੈ ਜੁਝਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 24 ਤਰੀਕ ਦਿਨ ਐਤਵਾਰ ਤੇ ਅੱਜ ਪਹੁੰਚੇ ਹੋਏ ਪਿੰਡ ਮਿੱਠੇ ਤੋਂ ਚਰਨਵੀਰ ਸਿੰਘ, ਜਿੱਥੇ ਕਿ ਪੰਜਾਬੀ ਮਾਂ ਬੋਲੀ ਦੀ ਕਲਾਸ ਹਰ ਐਤਵਾਰ ਪਿੰਡ ਖੈੜਾ ਦੋਨਾ ਸਟੇਟ ਗੁਰਦੁਆਰਾ ਸਾਹਿਬ ਵਿਖੇ ਲਗਾਈ ਜਾਂਦੀ ਆ। सिक्स्थ क्लास कितने पढ़ता ठीक सीनियर सेकेंडरी स्कूल खैड़ा दोना शाबाश वेरी गुड। उस तो क्या गया लल्ला टै की तला टै ना लटैन सुनिया कि नहीं जिदा सोटा होंदा ना तूत दी शमक होवे पतली जी डंडा होवे उन्होंने की कहते हैं लटैन। मैला लल्ले दी बेस्ट बिंदी नाल मैला लल्ले पर बिंदी औलाद बोले मैला। चलो हुण तुसी नेक्स्ट बच्चा करो ये तुसी ये पालन भी पढ़ो। ਸੁਖਦੇਵ ਦੇ ਕੱਪੜੇ ਮੈਲੇ ਹਨ ਨਿਆਣੇ ਐਤਵਾਰ ਸਕੂਲ ਨਾ ਗਏ ਕੈਮਰਾ ਠੀਕ ਕਰਨ ਕਰ ਅੱਜ ਕੱਲ ਨਿਆਣੇ ਟੈਲੀਵਿਜ਼ਨ ਬਹੁਤ ਦੇਖਦੇ ਹਨ। ਚਲੋ ਠੀਕ ਆ ਦੇਖੋ ਨਾ ਇੱਕ ਪਿੱਛੇ ਇਹਦੇ ਇੱਕ ਡੰਡੀ ਲੱਗੀ ਹੁੰਦੀ ਹੈ ਇੱਥੇ ਜਿਹੜਾ ਸੈਂਟੈਂਸ ਤੁਸੀਂ ਪਹਿਲਾਂ ਤੋਂ ਪੜ੍ਹ ਰਹੇ ਆ ਉਹਨੇ ਆਣ ਕੇ ਰੁਕਣਾ ਹੁੰਦਾ ਹੈ ਫੁੱਲ ਸਟਾਪ ਜਿੱਦਾਂ ਅੰਗਰੇਜ਼ੀ ਦੇ ਵਿੱਚ ਪੁਆਇੰਟ ਲੱਗਾ ਹੁੰਦਾ ਨਾ ਨੀਚੇ ਉਹਨੂੰ ਫੁੱਲ ਸਟਾਪ ਦਾ ਮਤਲਬ ਹੁੰਦਾ ਇੱਥੇ ਤੁਹਾਡਾ ਸੈਂਟੈਂਸ ਪੂਰਾ ਹੋ ਗਿਆ। ਇਹ सस्से में दलैंकड़ वाल की आवाज बनूंगी सू यानी एक औंकड़ सो निक शॉर्ट में सो दो लैंकड़ा लगियां होण तां किवें बनूंगा लंबी आवाज करके सू जिद्दां एक लाम दे नाल ए दो लामां दे नाल ए ये फर्क चेते रखना आपां भुल जांदे आ। ਇਹਦਾ मतलब कि ਆਪਾਂ ਇਹਦੇ ਤੇ ਅਭਿਆਸ ਨਹੀਂ ਕਰਦੇ ਘਰ ਜਾ ਕੇ ਮਿਹਨਤ ਨਹੀਂ ਕਰਦੇ। ਦੇਖੋ ਆਪਾਂ ਇੱਕ ਦਿਨ ਸੰਡੇ ਵਾਲੇ ਦਿਨ ਕਲਾਸ ਲੈਣੀ ਆ ਉਸ ਤੋਂ ਬਾਅਦ ਵਿੱਚ 6 ਦਿਨ ਤੁਹਾਡੇ ਕੋਲ ਹੁੰਦੇ ਆ ਨੈਕਸਟ ਵੀਕ ਦੇ ਪੂਰੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ। ਜੇ ਤੁਸੀਂ 15 ਮਿੰਟ ਵੀ ਦਿਓ ਨਾ ਇਸ ਕੰਮ ਨੂੰ ਜਿਹੜਾ ਲੈਸਨ ਆਪਾਂ ਕਰਦੇ ਆ 15 ਮਿੰਟ ਤਾਂ ਕੋਈ ਔਖੇ ਨਹੀਂ ਦੇਣੇ ਇੰਨਾ ਤਾਂ ਆਪਾਂ ਆਪਣੇ ਸਕੇਜੂਲ 'ਚ ਕੱਢ ਹੀ ਸਕਦੇ ਆ ਰੋਜ਼ ਦੇ ਮਤਲਬ ਟਾਈਮ ਦੇ ਵਿੱਚ 15 ਮਿੰਟ ਜਿਹੜਾ ਆਪਾਂ ਤੁਹਾਡਾ ਕੰਮ ਤੁਹਾਨੂੰ ਹੋਮਵਰਕ ਦਿੱਤਾ ਜਾਂਦਾ ਤਾਂ ਤੁਸੀਂ ਘਰ ਦੇ ਵਿੱਚ ਪੰਜਾਬੀ ਦੀਆਂ ਬੁੱਕਸ ਹੁੰਦੀਆਂ ਪੰਜਾਬੀ ਦੇ ਕੋਈ ਰਸਾਲੇ ਵਗੈਰਾ ਜਾਂ ਕਿਸੇ ਦੇ ਘਰ 'ਚ ਅਖਬਾਰ ਹੈਗੀ ਆ ਤੇ ਉਹਦੇ ਤੇ ਅੱਖਰ ਜੋੜ ਕਰ ਕਰਕੇ ਪੜੋ। ਜੇ ਸਾਰਾ ਨਹੀਂ ਪੜ ਸਕਦੇ ਤੇ ਜਿੱਦਾਂ ਹੁਣ ਆਪਾਂ ਕੰਨਾ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਲਾਮ ਇੱਥੋਂ ਤੱਕ ਪੜਿਆ ਸੀ ਨਾ ਸਾਰੀਆਂ ਕਲਾਸਾਂ ਵਿੱਚ ਆਪਾਂ ਸਾਰਾ ਡਿਸਕਸ ਕੀਤਾ। ਤਾਂ ਇਹ ਜਿਹੜੀਆਂ ਸ਼ਬਦਾਂ ਨੂੰ ਮਾਤਰਾਵਾਂ ਲੱਗੀਆਂ ਹੁੰਦੀਆਂ ਤੁਸੀਂ ਉੱਥੇ ਵਾਰ-ਵਾਰ ਉਹਨਾਂ ਨੂੰ ਬੋਲ ਕੇ ਦੇਖੋ। ਜਿੰਨਾ ਤੁਸੀਂ ਅਭਿਆਸ ਕਰੋਗੇ ਉਨਾ ਹੀ ਜ਼ਿਆਦਾ ਤੁਹਾਡਾ ਐਕਸਪੀਰੀਅੰਸ ਬਣੂਗਾ ਉਨਾ ਹੀ ਜ਼ਿਆਦਾ ਤੁਹਾਨੂੰ ਸਮਝ ਆਊਗੀ। ਉਦਾਂ ਹੀ ਹੁਣ ਦੇਖੋ ਅੱਜ ਆਪਾਂ ਸ਼ਬਦ ਪੜ੍ਹੇ ਆ ਕਿੰਨੇ ਨਵੇਂ ਸ਼ਬਦ ਆਏ ਮਲਵੈਣ ਲਟੈਣ ਆਦਿ ਨਵੇਂ ਸ਼ਬਦ ਆਏ ਨਾ। ਤਾਂ ਜਦੋਂ ਤੁਸੀਂ ਅਖਬਾਰ ਪੜ੍ਹੋਗੇ ਉਹ ਨਿਊਜ਼ਪੇਪਰ ਪੜ੍ਹੋਗੇ ਜਾਂ ਕੋਈ ਰਸਾਲਾ ਪੜ੍ਹੋਗੇ ਉਹਦੇ ਵਿੱਚੋਂ ਨਵੇਂ ਸ਼ਬਦ ਜਿਹੜੇ ਆਪਾਂ ਨੂੰ ਸਿੱਖਣ ਨੂੰ ਮਿਲਣਗੇ। ਫਿਰ ਜਿੱਦਾਂ ਹੁਣ ਫਰਜ਼ ਕਰੋ ਮੈਂ ਹੀ ਹਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਨਾ ਮੈਂ ਭਾਵੇਂ 4 ਘੰਟੇ ਬੋਲਦਾ ਰਹਾਂ ਕਿਉਂਕਿ ਮੇਰੀ ਮੈਮਰੀ ਦੇ ਵਿੱਚ ਸਾਰੇ ਸ਼ਬਦ ਫੀਡ ਆ। ਜਦੋਂ ਮੈਂ ਸ਼ਬਦ ਬਣਾਉਣਾ ਸੈਂਟੈਂਸ ਬਣਾਉਣਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਮੁਸ਼ਕਲ ਨਹੀਂ ਆਉਂਦੀ ਚਾਹੇ ਮੈਂ ਹਿੰਦੀ 'ਚ ਗੱਲ ਕਰਾਂ ਚਾਹੇ ਮੈਂ ਪੰਜਾਬੀ 'ਚ ਗੱਲ ਕਰਾਂ ਚਾਹੇ ਮੈਂ ਥੋੜ੍ਹੀ ਬਹੁਤ ਇੰਗਲਿਸ਼ ਵਿੱਚ ਗੱਲ ਕਰਾਂ ਕਿਉਂਕਿ ਉਹ ਸਾਰੇ ਸ਼ਬਦ ਜਿਹੜੇ ਆ ਮੇਰੇ ਦਿਮਾਗ ਦੇ ਵਿੱਚ ਸੇਵ ਹੋ ਚੁੱਕੇ ਆ। ਉਹ ਸੇਵ ਕਿੱਦਾਂ ਹੋਏ ਆ ਅਭਿਆਸ ਕਰਨ ਦੇ ਨਾਲ। ਮੈਂ ਮੈਗਜ਼ੀਨ ਪੜ੍ਹਦਾ ਅਖਬਾਰਾਂ ਪੜ੍ਹਦਾ ਵਾਂ ਰਸਾਲੇ ਪੜ੍ਹਦਾ ਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਵਾਂ ਠੀਕ ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਧਿਆਨ ਨਾਲ ਕਰਾਂਗੇ ਸਾਡਾ ਜਿਹੜਾ ਅਭਿਆਸ ਹੋਊਗਾ ਪ੍ਰੈਕਟਿਸ ਹੋਊਗੀ। ਆਪਾਂ ਕਰਦੇ ਨਹੀਂ ਇਸ ਕਰਕੇ ਆਪਾਂ ਪਿਛਲਾ ਭੁੱਲ ਜਾਂਦੇ ਹਾਂ ਠੀਕ ਆ ਜੀ। ਚਲੋ ਭੈਣ ਨਾਲ ਪਿਆਰ ਕਰ ਮੈਲੇ ਕੱਪੜੇ ਨਾ ਪਾ ਤੁਹਾਡੇ ਬੈਗ ਵਿੱਚ ਕੀ ਹੈ ਅੱਜ ਸੂਰਜ ਚਮਕਦਾ ਹੈ ਠੀਕ ਆ ਜੀ।
ਚਲੋ ਇਹ ਕੁਝ ਭੁਲਾਵੇਂ ਅੱਖਰ ਹੈਗੇ ਆ, ਇਹਨਾਂ ਨੂੰ ਆਪਾਂ ਜਿਹੜੀਆਂ ਮਾਤਰਾਵਾਂ ਪੜ੍ਹੀਆਂ ਹੋਈਆਂ ਉਹਨਾਂ ਨਾਲ ਰਿਲੇਟਡ ਹੀ ਆ, ਇਹੀ ਪੜ੍ਹਨੇ ਆਪਾਂ। ਚਲੋ ਜੀ ਨੈਕਸਟ ਬੋਲ। ਹਾਂ ਬਾਬਾ ਬਾਬੇ, ਬੇਬੇ ਬੇਬੀ, ਚਾਚਾ ਚਾਚੇ, ਚਾਚੀ ਚੀਚੀ। ਕਾਲੀ ਭਾਵੇਂ ਨਾਮ ਹੀ ਕਰ, ਕੋਈ ਚੱਕਰ ਨਹੀਂ, ਸਾਨੂੰ ਪਤਾ ਲੱਗ ਜਾਣਾ। ਤੁਸੀਂ ਬਸ ਕੱਲਾ ਕੱਲਾ ਕਰ ਬੋਲੋ। ਨਾਨਾ, ਨਾਨਾ ਨਾਨੇ, ਨਾਨੀ, ਨੀਨੀ, ਮਾਮਾ, ਮਾਮੇ, ਮਾਮੀ, ਨੀਨੀ। ਮਤਲਬ ਇਹ ਆਪਾਂ ਨੇ ਕੰਬੀਨੇਸ਼ਨ ਦਿੱਤਾ ਹੋਇਆ। ਕੰਬੀਨੇਸ਼ਨ ਦਾ ਮਤਲਬ ਹੁੰਦਾ ਕਿ ਮਾਤਰਾਵਾਂ ਜਿਹੜੀਆਂ ਸਾਰੀਆਂ ਅੱਖਰਾਂ ਨੂੰ, ਜਿੱਦਾਂ ਕੰਨਾਂ ਵਾ, ਲਾਂ ਵਾ, ਬਿਹਾਰੀ ਆ, ਸਿਹਾਰੀ ਆ, ਇਹ ਮਾਤਰਾਵਾਂ ਲਾ ਕੇ ਉਹ ਸਾਰੇ ਸ਼ਬਦ ਦੇ ਵਿੱਚ, ਜਿੱਦਾਂ ਹੁਣ ਆਹ ਦੇਖੋ 1 2 ਕਰਸਰ ਦੇਖੋ, ਪਹਿਲਾ ਅੱਖਰ ਜਿਹੜਾ ਬੱਬਾ 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 ਬੱਬਾ, ਆ 4 ਅੱਖਰ ਬੱਬੇ ਬੱਬੇ ਵਾਲੇ ਆਉਂਦੇ ਨਾ, ਉਹਨਾਂ ਦੇ ਨਾਲ ਅਲੱਗ-ਅਲੱਗ ਮਾਤਰਾ ਲਾਈਆਂ ਹੋਈਆਂ। ਦੇਖੋ ਬੱਬੇ ਕੰਨਾ ਬਾ, ਬੱਬੇ ਕੰਨਾ ਬਾਬਾ, ਫਿਰ ਬੱਬੇ ਕੰਨਾ ਬਾ, ਬੱਬੇ ਲਾਵਾਂ ਬਾਬੇ, ਫਿਰ ਬੱਬੇ ਲਾਵਾਂ ਬੇ, ਬੱਬੇ ਲਾਵਾਂ ਬੇਬੇ, ਫਿਰ ਬੱਬੇ ਬਿਹਾਰੀ ਬੀ, ਬੱਬੇ ਬਿਹਾਰੀ ਬੀ। ਵੀ ਇਦਾਂ ਮਾਤਰਾਵਾਂ ਲਾ ਕੇ ਆਪਾਂ ਨੂੰ ਉਹ ਕੰਬੀਨੇਸ਼ਨ ਬਣਾ ਕੇ ਤਾਂ ਇਹ ਪੰਜਾਬੀ ਨੂੰ ਸੌਖਾ ਕਰਨ ਦਾ, ਬੋਲਣ ਦਾ ਢੰਗ ਦੱਸਿਆ ਗਿਆ। ਚਲੋ ਨੈਕਸਟ ਬੱਚਾ ਤੁਸੀਂ ਲਿਆ। ਕਾਕੀ, ਹਾਕੀ, ਚਾਕੀ, ਜਾਕੀ, ਜਾਗੀ, ਜਾਗੀ, ਲਾਗੀ, ਰਾਗੀ, ਚਾਲੀ, ਹਾਲੀ, ਪਾਲੀ, ਰਾਜੀ, ਰਾਜੀ, ਬਾਜੀ, ਸਾਜੀ। ਠੀਕ ਹੈ, ਸ਼ਾਬਾਸ਼। ਨੈਕਸਟ जिया, जिया, किया, सिया, किया, निया, पिया, ਪੀਰਾ, पीरा, पीपा, पीला, पिता। ਸ਼ਾਬਾਸ਼। ਚਲੋ ਨੈਕਸਟ ਕਿਸੇ, 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 ਗਿਰੇ, ਸਿਰੇ, ਲਿਟੇ। ਕਿਆ ਕੀਆ ਦਾ ਮਤਲਬ ਹੁੰਦਾ ਕੱਕੇ ਨੂੰ ਵੀ ਆ ਮਾਤਰਾ ਚੇਤੇ ਨਹੀਂ ਭੁੱਲਣੀ ਚਾਹੀਦੀ। ਇਹ ਅਭਿਆਸ ਆਪਣਾ ਕੀ, ਜਿੱਦਾਂ ਹੁਣ ਦੇਖੋ ਤੁਸੀਂ ਪਿਛਲੀ ਦੇ ਵਿੱਚ ਬੀ, ਬੱਬੀ ਬਿਹਾਰੀ ਬੀ, ਬੱਬੀ ਬਿਹਾਰੀ ਬੀ, ਬਿਹਾਰੀ ਨੇ ਬੀ ਈ ਦੀ ਆਵਾਜ਼ ਦਿੱਤੀ ਨਾ, ਸਿਹਾਰੀ ਕਾਹਦੀ ਆਵਾਜ਼ ਹੋਊਗੀ ਏ, ਕੱਕੀ ਸਿਹਾਰੀ ਕੇ, ਸਾਡੇ ਕਨਾ ਕਿਆ, ਕਿਆ ਕੱਕੀ ਸਿਹਾਰੀ ਕੇ, ਸੱਸੇ ਲਾਵਾਂ ਸੇ, ਕਿਸੇ। ਹਾਂਜੀ ਲਿਆ, ਪਿਆਰ, ਟਿੱਕਾ, ਟਿਕਾ। ਹਾਂ ਟਿੱਕਾ ਵੀ ਬੋਲ ਸਕਦੇ ਹਾਂ। ਟਿਕਾ ਵੈਸੇ ਤੇ ਅਲਗ ਨਹੀਂ ਲੱਗਿਆ, ਨਹੀਂ ਬੋਲਾਂਗੇ ਟਿਕਾ। ਹਾਂ ਜਿੱਦਾਂ ਮੈਂ ਤੁਹਾਨੂੰ ਕਹਾਂ ਵੀ ਕੋਈ ਕਿਸੇ ਚੀਜ਼ ਨੂੰ ਟਿਕਾ ਰੱਖ। ਨੈਕਸਟ ਗਿਰਾ, ਗਿਰਾ ਦਾ ਮਤਲਬ ਹੁੰਦਾ ਸਿੱਟ, ਸੁੱਟ ਦੇ, ਗਿਰਾ। ਚਲੋ ਨੈਕਸਟ ਸੁਰਾ, ਬੁਰਾ, ਬੁਰਾ, ਬੁਰੇ, ਸੁਰੇ, ਬੁਰੇ। ਸ਼ਾਬਾਸ਼। ਚਲੋ ਨੈਕਸਟ ਦੂਜਾ, ਸੁੱਜਾ, ਦੂਜਾ, ਦੂਜੇ, ਸੁੱਜੇ, ਪੂਰਾ, ਸੂਰਾ, ਪੂਰਾ, ਚੂਰੇ, ਸੂਰੇ, ਪੂਰੇ। ਚਲੋ ਠੀਕ ਹੈ, ਸ਼ਾਬਾਸ਼। ਨੈਕਸਟ ਇਧਰੋਂ ਫਰੰਟ। ਚਲੋ ਜੀ ਉੱਠੋ। येरू, ਹਾਂ फेरू, डेरू, सेजू, ਸੇਰੋ ਰਾਰਾ। सेरू, ਥੋੜਾ ਸਾਹਮਣੇ ਹੋ ਜਾਏ ਪ੍ਰੋਬਲਮ ਸਾਹਮਣੇ ਹੋ ਜਾਏ। हेरू, ਹਾਂ नेचू, ਮੈਂ ਚਿੱਚਾ ਨਹੀਂ ਬੇਟੇ, ਰਾਰਾ ਮੈਂ ਤਾਂ ਕਹਿੰਦਾ ਕੋਈ ਪ੍ਰੋਬਲਮ ਇੱਥੇ ਹੋ ਜਾਏ ਨਾ, ਸਾਹਮਣੇ ਹੋ ਕੇ ਦੇਖੋ। ਹਾਂ गोलू, गोलू, ਹਾਂ गोलू, ਹਾਂ अबू, ਹਾਂ जग्गू, तब्बू। ਸ਼ਾਬਾਸ਼। ਠੀਕ ਹੈ, ਇਹਦਾ ਫਸਟ ਦਿਨ ਹੈ ਜੀ, ਪਹਿਲਾ ਦਿਨ ਅੱਜ। ਇਹ ਮਿੱਠੇ ਪਿੰਡ ਤੋਂ ਆਏ। ਹਾਂਜੀ ਬੋਲ ਸਕਦੇ ਤੁਸੀਂ, ਬੋਲੋ ਸ਼ਾਬਾਸ਼। ਇਹ ਬੋਲੋ। डेरू, ਹਾਂ फेरू, ਹਾਂ डेरू, ਡੇਰੂ। ਠੀਕ ਆ। सेरू, ਹਾਂ हेरू, ਹਮ, नेरू, ਹਾਂ ਘੋੜੇ ਨਾਲ, ਉਹ ਲਾਮ ਨਾਲ ਸੀ, ਘੋੜੇ ਨਾਲ ਆ ਗਿਆ। ਕੋਲੂ। ਹਾਂ ਹਾਂ
ਟੋਲੂ ਟੋਲੂ ਪੈਰ ਦੁਖਣ ਡਿਆ ਵਾ ਆ ਕਿਹੜਾ ਦਿਖਾਈ ਕੀ ਹੋਇਆ ਓਏ ਸ਼ਾਬਾਸ਼ ਅੱਗੇ ਇਹਦੇ ਅੱਗੇ ਅੱਗੇ ਜਾਗੂ ਲਾਗੂ ਇਹਦੇ ਵਾਲਾ ਮੁੜ ਉੱਪਰ ਲਾ ਪਹਿਲਾਂ ਹੀ ਜਿਹੜਾ ਆ ਵਾਲਾ ਹੈਂ? ਕਿਹੜੀ ਕਲਾਸ ਵਿੱਚ ਹੈ ਥਰਡ ਕਲਾਸ ਵਿੱਚ ਚਲੋ ਕੋਸ਼ਿਸ਼ ਕਰੋ ਊੜੇ ਦਲੈਂਕੜ ਊ ਚਿੱਚੇ ਕੰਨਾ ਚਾ ਕੀ ਬਣਿਆ ਉੱਚਾ ਸ਼ਾਬਾਸ਼ ਸੱਸੇ ਦਲੈਂਕੜ ਸੂ ਚਿੱਚੇ ਕੰਨਾ ਚਾ ਸੁੱਚਾ ਕੱਕਾ ਕੱਕੇ ਦਲੈਂਕੜ ਕੂ ਚਿੱਚੇ ਕੰਨਾ ਉੱਚਾ ਫਿਰ ਅੱਗੇ ਲਾਮ ਦੇ ਨਾਲ ਊੜੇ ਦਲੈਂਕੜ ਊ ਚਿੱਚੇ ਲਾਵਾਂ ਚੇ ਸੱਸੇ ਦਲੈਂਕੜ ਸੂ ਚਿੱਚੇ ਲਾਵਾਂ ਚੇ ਸੁੱਚੇ ਕੱਕੇ ਦਲੈਂਕੜ ਕੂ ਚਿੱਚੇ ਲਾਵਾਂ ਕੂਚੇ ਚਲੋ ਅਭਿਆਸ ਕਰਿਆ ਕਰੋ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਨਾ ਘਰ ਜਾ ਕੇ ਤੁਸੀਂ ਆਪਣੀਆਂ ਬੁੱਕਸ ਵਗੈਰਾ ਕਿਤੇ ਤੁਹਾਡੇ ਘਰ ਕੋਈ ਮੈਗਜ਼ੀਨ ਪਿਆ ਕਿਤਾਬ ਪਈ ਆ ਕੁਝ ਨਹੀਂ ਪਿਆ ਜਾਂ ਟੀਵੀ ਦੀ ਸਕਰੀਨ ਦੇ ਉੱਤੇ ਤੁਸੀਂ ਨਿਊਜ਼ ਪੜ੍ਹਦੇ ਨਾ ਸੁਣਦੇ ਆ ਜਦੋਂ ਘਰ 'ਚ ਟੈਲੀਵਿਜ਼ਨ ਲੱਗਿਆ ਹੁੰਦਾ ਹੈ ਤਾਂ ਉੱਥੇ ਜਿਹੜੀਆਂ ਪੰਜਾਬੀ ਦੀਆਂ ਨਿਊਜ਼ ਲੱਗੀਆਂ ਹੁੰਦੀਆਂ ਉਹਨਾਂ ਥੱਲੇ ਹੈਡਲਾਈਨਸ ਹੁੰਦੀਆਂ ਹੁੰਦੀਆਂ ਹੈਡਲਾਈਨਸ ਦਾ ਪਤਾ ਕੀ ਹੁੰਦੀਆਂ ਲਾਈਨਾਂ ਦੀਆਂ ਹੁੰਦੀਆਂ ਨਾ ਅੱਖਰ ਹੁੰਦੀਆਂ ਉਹ ਪੜ੍ਹੀ ਜਾਇਆ ਕਰੋ ਜੇ ਤੁਸੀਂ ਲਗਾਤਾਰ ਮੈਂ ਗਰੰਟੀ ਦਿੰਦਾ ਜੇ ਲਗਾਤਾਰ ਤੁਸੀਂ 15-20 ਦਿਨ ਉਹਨਾਂ ਹੈਡਲਾਈਨ ਨੂੰ ਪੜ੍ਹਨਾ ਸ਼ੁਰੂ ਕਰਤਾ ਨਾ ਸਮਝ ਲਓ ਤੁਸੀਂ ਪੰਜਾਬੀ ਦੇ ਮਾਸਟਰ ਬਣ ਗਏ ਅਭਿਆਸ ਹੋਵੇ ਨਾ ਵਾਰ-ਵਾਰ ਪੜ੍ਹਨ ਦਾ ਸੋ ਇਹ ਚੀਜ਼ਾਂ ਇੱਦਾਂ ਕਰਨੀਆਂ ਵਾ ਆਪਾਂ ਫਿਰ ਆਪਣੀ ਗੱਲ ਬਣਨੀ ਆ ਇੱਥੇ ਇੱਕ ਦਿਨ ਕਲਾਸ ਲਾਉਣ ਦੇ ਨਾਲ ਤਾਂ ਕੋਈ ਬਹੁਤਾ ਫਰਕ ਨਹੀਂ ਪੈਣਾ ਇੱਥੇ ਆਪਾਂ ਗਾਈਡਲਾਈਨ ਦੇ ਸਕਦੇ ਹਾਂ ਆਪਾਂ ਦੱਸ ਸਕਦੇ ਹਾਂ ਬਾਕੀ ਉਹਦਾ ਗੇਰੂ ਫੇਰੂ ਡੇਰੂ ਸੇਰੂ ਹੇਰੂ ਮੇਰੂ ਬੁੱਲਾ ਲੂ ਗੋਲੂ ਬੋਲੂ ਡੋਲੂ ਆਗੂ ਆਗੂ ਜਾਗੂ ਲਾਗੂ ਚਲੋ ਨੈਕਸਟ ਸੀਵੇ ਜੀਵੇ ਵੈ ਵੀ ਵੈ ਸਾਰੇ ਦੋ ਲਾਵਾਂ ਨੇ ਐ ਦੀ ਆਵਾਜ਼ ਹੈ ਜੀਵੇ ਹਾਂ ਪੀਵੇ ਗਾਵੇ ਗਾਵੇ ਲਾਵੇ ਪਾਵੇ ਪਾਵੇ ਆਸੇ ਐਡ ਨੂੰ ਦੋ ਲਾਵਾਂ ਐ ਐਸੇ ਮਤਲਬ ਇਹ ਦਾ ਮਤਲਬ ਕਿ ਇਹ ਚੀਜ਼ਾਂ ਹਲੇ ਪੱਕੇ ਤੌਰ ਤੇ ਸਾਡੇ ਮਾਈਂਡ ਵਿੱਚ ਸੈੱਟ ਨਹੀਂ ਹੋਈਆਂ ਮਤਲਬ ਜਦੋਂ ਦੋ ਲਾਵਾਂ ਦੀ ਆਵਾਜ਼ ਆਉਗੀ ਤਾਂ ਉਹ ਐ ਦੀ ਆਵਾਜ਼ ਆਉਗੀ ਜਦੋਂ ਕਿਸੇ ਵੀ ਸ਼ਬਦ ਨੂੰ ਕਿਸੇ ਅੱਖਰ ਨੂੰ ਦੋ ਲਾਵਾਂ ਲੱਗ ਜਾਂਦੀਆਂ ਤਾਂ ਉਸ ਅੱਖਰ ਦੀ ਆਵਾਜ਼ ਕੀ ਹੋ ਜੂਗੀ ਐ ਜਿਹਦਾ ਸੱਸੇ ਦੀ ਲਾਵਾਂ ਸੈ ਐੜੇ ਦੀ ਲਾਵਾਂ ਐ ਤਾਂ ਫਿਰ ਇਹ ਆਪਾਂ ਆਪਣੇ ਮਾਈਂਡ ਵਿੱਚ ਰੱਖਣਾ ਨਾ ਇੱਕ ਲਾਮ ਦੇ ਨਾਲ ਏ ਦੀ ਦੋ ਲਾਵਾਂ ਨਾਲ ਐ ਦੀ ਇੱਕ ਔਂਕੜ ਦੇ ਨਾਲ ਓ ਦੀ ਦੋ ਲੈਕੜਾਂ ਦੇ ਨਾਲ ਊ ਦੀ ਜਿੱਦਾਂ ਪੂਰੇ ਔਂਕੜ ਓ ਪੂਰੇ ਦਲੈਕੜ ਊ ਠੀਕ ਹੈ ਨਾ ਇਹ ਚੀਜ਼ਾਂ ਪੱਕੀਆਂ ਚੇਤੇ ਰੱਖਣੀਆਂ ਮੁਹਾਰਨੀ ਚੇਤੇ ਰੱਖਣੀਆਂ ਫੇਰ ਜਾਨੀ ਪ੍ਰੋਨਾਂਸੀਏਸ਼ਨ ਜਿਹੜੀ ਸਾਡੀ ਆ ਉਹ ਸਹੀ ਹੋਵੇਗੀ ਚਲੋ ਪੈਸੇ ਹਾਂ ਪੈਸੇ ਹੂੰ ਜੈਸਾ ਹੁਣ ਆ ਦੇਖੋ ਪੱਪੇ ਦੇ ਲਾਵਾਂ ਪੈ ਸੱਸੇ ਲਾਵਾਂ ਸੇ ਕੀ ਬਣਿਆ ਪੈਸੇ ਤੇ ਜੇ ਮੈਂ ਲਾਵਾਂ ਪੱਪੇ ਲਾਵਾਂ ਪੇ ਸੱਸੇ ਦੇ ਲਾਵਾਂ ਸੈ ਫਿਰ ਕੀ ਬਣੂਗਾ ਪੈਸੇ ਪੇ ਸੈ ਪੇ ਪੱਪੇ ਨੂੰ ਲਾ ਲੱਗੀ ਨਾ ਪੱਪੇ ਲਾਵਾਂ ਪੇ ਸੱਸੇ ਦੇ ਲਾਵਾਂ ਸੈ ਪੇ ਸੈ ਜੇ ਪੱਪੇ ਨੂੰ ਦੋ ਲਾਵਾਂ ਲੱਗੀਆਂ ਪੈ ਸੇ ਠੀਕ ਆ ਚਲੋ ਜੈਸਾ ਕੈਸਾ ਪੈਸਾ ਚਲੋ ਠੀਕ ਆ ਨੈਕਸਟ ਤੇਰਾ ਤੇਰਾ ਮੇਰਾ ਚੇਲਾ ਕੇਲਾ ਮੇਲਾ ਸੇਵਾ ਮੇਵਾ ਲੇਵਾ ਤੇਰੇ ਚੇਰੇ ਮੇਰੇ ਚਲੋ ਠੀਕ ਹੈ ਇਸ ਦਾ ਜਿੰਨੀ ਤੋਂ ਨੇੜੇ ਆ
ਕਿਹਾ ਨੋ गोदा ਹਾਂ सोदा ਹਾਂ कोडा ਹਾਂ कोरा ਹਾਂ गोरा गोरा ਠੀਕ ਹੈ गोरे 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 गोरी 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 ਠੀਕ ਹੈ। ਲੱਲੇ ਚ ਪੈਰ ਬਿੰਦੀ ਨਹੀਂ ਹੈਗੀ, ਤੁਸੀਂ ਜਿੱਦਾਂ ਬੋਲਿਆ ਹੋਲੀ ਪੈਰ ਚ ਬਿੰਦੀ, ਲੱਲੇ ਲੱਲੇ ਪੈਰ ਬਿੰਦੀ ਕੀ ਹੁੰਦਾ? ਲੱਲੇ ਪੈਰ ਬਿੰਦੀ ਨੂੰ ਆਪਾਂ ਕੀ ਬੋਲਦੇ ਆ? ਲੱਲੇ ਪੈਰ ਬਿੰਦੀ ਲਾ ਨਹੀਂ ਹੁੰਦਾ ਬੇਟੇ, ਲੱਲੇ ਪੈਰ ਬਿੰਦੀ ਲਾ, ਲੱਲੇ ਪੈਰ ਬਿੰਦੀ ਲਾ ਲਾ, ਜਿੱਦਾਂ ਜਿੱਜੇ ਪੈਰ ਬਿੰਦੀ ਜ਼ਾ, ਇਦਾਂ ਬੋਲਣਾ ਫੁੱਫੇ ਪੈਰ ਬਿੰਦੀ ਫਾ, ਥੋੜੀ ਆਵਾਜ਼ ਨੂੰ ਭਾਰੀ ਕਰ ਦਿਓ। ਹਾਂਜੀ ਥੱਲੇ ਵਾਲਾ ਬੋਲੋ। ਜਾਗੋ ਹੂੰ ਲਾਗੋ ਹੂੰ ਭਾਗੋ ਕਿਹਨੂੰ ਜਾਲੋ ਪਾਲੋ ਆਵੋ ਪਾਵੋ ਪਾਵੋ ਆਵੋ ਪੀਵੋ ਹੂੰ ਸੀਵੋ ਹੂੰ ਜੀਵੋ ਹੂੰ ਜੁੜੋ ਹਾਂ ਮੁੜੋ ਹੂੰ ਕੁੜੋ ਸ਼ਾਬਾਸ਼ ਵੈਰੀ ਗੁੱਡ ਨੈਕਸਟ ਬੋਲੋ ਬੋਲੋ ਅੱਗੇ ਸੱਸਾ ਆਹਾ ਅੱਖਾ ਅੱਖਾ ਕਿਹੜੀ ਕਲਾਸ ਚ ਪੜ੍ਹਨਾ ਹੈ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੰਦੀਪ ਸਿੰਘ ਹੈ। ਮੇਰੇ ਪਿੰਡ ਦਾ ਨਾਮ ਬਿੱਟਾ ਹੈ। ਹੁਣ ਮੈਂ ਤੁਹਾਨੂੰ ਇੱਕ ਸ਼ਬਦ ਸੁਣਾਉਣ ਜਾ ਰਿਹਾ ਹਾਂ। ਵਿਸਾਖੀ ਵਾਲੇ ਦਿਨ ਸੰਗਤਾਂ 'ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫੜ ਕੇ ਸੱਜਨਾਮੇ ਅੱਜ ਹੈ ਜੁਝਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਜਾਤ ਪਾਤ ਊਚ ਨੀਚ ਨਹੀਂ ਹੋ ਮੰਨੇਗਾ ਜਾਤ ਅਵਮਾਨੀਆਂ ਦੀ ਧੌਣ ਭੰਨੇਗਾ ਕਿਰਤ ਕਰੇਗਾ ਮੰਗ ਕੇ ਨਹੀਂ ਖਾਵੇਗਾ ਲੋੜਵੰਦਾਂ ਵਾਸਤੇ ਲੰਗਰ ਲਾਵੇਗਾ ਭਾਵੇਂ ਔਖਾ ਸੌਖਾ ਸਾਧੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਬੇਟਾ ਜੀ। ਹੁਣ ਇਹ ਦੂਸਰੇ ਪਿੰਡ ਚੋਂ ਆਣ ਕੇ ਬੱਚਾ ਆਪਣੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰ ਰਿਹਾ ਤਾਂ ਇਹਦੇ ਵਿੱਚ ਕੌਨਫੀਡੈਂਸ ਆ, ਮਤਲਬ ਇਹਨੂੰ ਕੋਈ ਇੱਥੇ ਇਹ ਨਹੀਂ ਕਿ ਇਹਦੇ ਬੱਚੇ ਨਵੇਂ ਆ ਮੈਂ ਦੂਸਰੇ ਪਿੰਡ ਵਿੱਚ ਆਇਆ, ਇਹ ਆਪਣੇ ਉਸ ਡਰ ਆਪਾਂ ਡਰਦੇ ਆ। ਤੁਹਾਡੇ ਕੋਲ ਵੀ ਟੈਲੈਂਟ ਹੈ, ਤੁਹਾਡੇ ਵਿੱਚ ਵੀ ਬੋਲਣ ਦੀ ਕਲਾ ਹੈ, ਤੁਹਾਨੂੰ ਵੀ ਕੁਝ ਨਾ ਕੁਝ ਯਾਦ ਹੈ, ਪਰ ਤੁਸੀਂ ਸਿਰਫ ਡਰਦੇ ਹੋ ਵੀ ਪਤਾ ਨਹੀਂ ਮੇਰੇ ਕੋਲ ਗਲਤ ਨਾ ਹੋ ਜਾਏ ਜਾਂ ਪਤਾ ਨਹੀਂ ਮੈਨੂੰ ਕੋਈ ਮਤਲਬ ਕਿ ਮੇਰੇ ਕੋਲ ਗਲਤ ਬੋਲਿਆ ਗਿਆ ਤੇ ਮੈਨੂੰ ਕੋਈ ਪਨਿਸ਼ਮੈਂਟ ਨਾ ਹੋ ਜਾਏ ਜਾਂ ਮੈਨੂੰ ਮੇਰੇ ਤੇ ਕੋਈ ਹੱਸਣ ਨਾ ਲੱਗ ਪੈਣ, ਇੱਦਾਂ ਕੁਝ ਨਹੀਂ ਹੁੰਦਾ। ਹੁਣ ਕਿੰਨੇ ਕੌਨਫੀਡੈਂਸ ਦੇ ਨਾਲ ਤੁਹਾਡੇ ਨਾਲ ਇਹਨੇ ਖਾਲਸੇ ਦੀ ਜਿਹੜੀ ਪਰਿਭਾਸ਼ਾ ਸੀ ਵਿਸਾਖੀ ਦੇ ਰੂਪ ਵਿੱਚ ਵੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ ਗਿਆ ਤੇ ਖਾਲਸੇ ਪੰਥ ਦੀਆਂ ਆ ਵਿਸ਼ੇਸ਼ਤਾਵਾਂ ਨੇ। ਖਾਲਸਾ ਪੰਥ ਕਿਸੇ ਅੱਗੇ ਝੁਕੂਗਾ ਨਹੀਂ, ਕਿਸੇ ਦੇ ਅੱਗੇ ਹੱਥ ਨਹੀਂ ਅੱਡੂਗਾ, ਆਪਣੀ ਮਿਹਨਤ ਕਰੂਗਾ, ਹੱਕ ਸੱਚ ਦੀ ਕਮਾਈ ਕਰੂਗਾ, ਕਿਰਤ ਕਰੂਗਾ, ਵੰਡ ਕੇ ਛਕੂਗਾ। ਇਹ ਜਿਹੜੀ ਪਰਿਭਾਸ਼ਾ ਖਾਲਸੇ ਦੀ ਹੈ। ਸੋ ਇਹ ਕਵਿਤਾਵਾਂ ਜਿਹੜੀਆਂ ਇਹ ਕੱਲੀ ਕੋਈ ਆਪਣਾ ਮਨੋਰੰਜਨ ਨਹੀਂ ਹੈਗਾ, ਇਹਨਾਂ ਨੂੰ ਜੋ ਆਪਾਂ ਧਿਆਨ ਨਾਲ ਪੜਾਂਗੇ ਇਹਦੇ ਵਿੱਚ ਬਹੁਤ ਸਾਰੀਆਂ ਸਿੱਖਿਆਵਾਂ ਚੰਗੀਆਂ ਗੱਲਾਂ ਆਪਾਂ ਨੂੰ ਮਿਲਣਗੀਆਂ। ਖਾਲਸੇ ਦਾ ਕਿਰਦਾਰ ਕੀ ਹੁੰਦਾ ਹੈ, ਉਹਦਾ ਮਹੱਤਵ ਕੀ ਹੈ। ਹੁਣ ਕਿੱਡੇ ਵਧੀਆ ਅੰਦਾਜ਼ ਦੇ ਵਿੱਚ ਉਹਨਾਂ ਨੇ ਕਵਿਤਾ ਨੂੰ ਬੋਲਿਆ ਤਾਂ ਜਦੋਂ ਇਸ ਬੱਚੇ ਦੀ ਆਪਾਂ ਮਿਹਨਤ ਕਰਾਂਗੇ, ਇਹਨੂੰ ਹੋਰ ਅੱਗੇ ਤੋਂ ਅੱਗੇ ਕਵਿਤਾਵਾਂ ਲੈਕਚਰ ਆਦਿ ਦਿਆਂਗੇ, ਜਿੱਥੇ ਇਹਦਾ ਹੌਸਲਾ ਵਧੂਗਾ ਉੱਥੇ ਇਹਨੂੰ ਬਹੁਤ ਕੁਝ ਸਿੱਖਣ ਵਾਸਤੇ ਵੀ ਮਿਲੇਗਾ। ਠੀਕ ਹੈ ਜੀ। ਤੁਹਾਡੇ ਵਾਸਤੇ ਵੀ ਅਸੀਂ ਸ਼ਡਿਊਲ ਬਣਾਉਣੇ ਆ ਪ੍ਰੋਪਰ। ਮੈਂ ਕਿੰਨੇ ਦਿਨਾਂ ਤੋਂ ਦੇਖ ਰਿਹਾ ਸੀਗਾ ਵੀ ਮੈਨੂੰ ਬੈਕਫੀਡ ਮਿਲਣੀ ਚਾਹੀਦੀ ਹੈ, ਯਾਨੀ ਆਊਟਪੁੱਟ ਰਿਜ਼ਲਟ। ਮੈਂ ਰਿਜ਼ਲਟ ਲੈਣੇ ਚਾਹੁੰਦਾ ਕਿਉਂਕਿ ਮੇਰਾ 15 ਸਾਲ ਤੋਂ ਆਪਾਂ ਲਗਾਤਾਰ ਬੱਚਿਆਂ ਦੇ ਵਿੱਚ ਰਹਿੰਦੇ ਆ ਔਰ ਜੇ ਆਪਾਂ ਸਹੀ ਟੈਕਨੀਕ ਦੇ ਨਾਲ ਆਪਾਂ ਬੱਚਿਆਂ ਦੇ ਨਾਲ ਵਿਚਰਦੇ ਆ ਤੇ ਬਹੁਤ ਛੇਤੀ ਬੱਚੇ ਸਿੱਖ ਜਾਂਦੇ ਆ। ਤਾਂ ਬੀਤੇ ਸਮੇਂ ਦੇ ਵਿੱਚ ਬਹੁਤ ਸਾਰੇ ਬੱਚੇ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਪਾਰਟਿਸਿਪੇਟ ਕਰਕੇ ਆਪਣੇ ਇਸੇ ਗੁਰਦੁਆਰਾ ਸਾਹਿਬ ਤੋਂ ਪਹਿਲੇ ਨੰਬਰ ਤੇ ਆਉਂਦੇ ਨੇ। ਪੰਜਾਬ ਲੈਵਲ ਤੇ, ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ, ਲੈਕਚਰ ਆਦਿ ਕਰਕੇ, ਕੀਰਤਨ ਕਰਕੇ, ਕਵਿਤਾਵਾਂ ਬੋਲ ਕੇ ਉਹ ਪਹਿਲੇ ਸਥਾਨ ਪ੍ਰਾਪਤ ਕਰਦੇ ਆ। ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਲੈ ਕੇ ਆਉਂਦੇ ਆ। ਆਪਾਂ ਇੱਕ ਸਾਰੀਆਂ ਚੀਜ਼ਾਂ ਰੱਖਾਂਗੇ, ਜਿੱਥੇ ਨਾਲ ਪੰਜਾਬੀ ਸਿੱਖਣੀ ਆ ਉੱਥੇ ਨਾਲ ਕਵਿਤਾ, ਲੈਕਚਰ, ਬੋਲਣ ਦਾ ਅੰਦਾਜ਼, ਬੋਡੀ ਲੈਂਗੁਏਜ,
ਮਤਲਬ ਤੁਸੀਂ ਹੁਣ ਜਿੱਦਾਂ ਖੜੇ ਆ, ਹੁਣ ਖੜੇ ਹੋ ਕੇ ਫਰਜ਼ ਕਰੋ ਬੋਲਣ ਲੱਗੇ ਆ, ਤੇ ਜੇ ਮੈਂ ਡਰਿਆ ਹੋਇਆ ਇਦਾਂ ਖੜਾ ਹੋਊਗਾ ਤਾਂ ਫਿਰ ਮਤਲਬ ਚੰਗਾ ਨਹੀਂ ਨਾ ਲੱਗੂਗਾ। ਮਤਲਬ ਮੇਰੇ ਖੜੇ ਹੋਣ ਦਾ ਅੰਦਾਜ਼ ਬਿਲਕੁਲ ਸਾਵਧਾਨ, ਬਿਲਕੁਲ ਮਤਲਬ ਡਰ ਤੋਂ ਰਹਿਤ। ਇੱਦਾਂ ਮੇਰੀ ਬੋਡੀ ਲੈਂਗੁਏਜ ਜੇ ਮੈਂ ਬੋਲਦਾ ਵਾਂ ਕਿ ਮੈਂ ਡਰ ਕੇ ਨਾ ਬੋਲਾਂ। ਜੇ ਕੋਈ ਖੁਸ਼ੀ ਦੀ ਗੱਲਬਾਤ ਤੇ ਉਹਨੂੰ ਮੁਸਕਰਾ ਕੇ ਕਵਾਂ, ਜੇ ਕੋਈ ਕੁਐਸਚਨ ਮਾਰਕ ਗੱਲ ਹੈਗੀ ਆ ਤੇ ਉਹਨੂੰ ਕੁਐਸਚਨ ਬਣਾ ਕੇ ਪੇਸ਼ ਕਰਾਂ, ਠੀਕ ਹੈ ਨਾ। ਇਹ ਹਾਵ ਭਾਵ ਜਿਹੜੇ ਆ ਮੇਰੀ ਗੱਲ ਦੇ ਵਿੱਚੋਂ, ਮੇਰੇ ਅੰਦਾਜ਼ ਵਿੱਚੋਂ ਤੁਸੀਂ ਹੁਣ ਤੁਸੀਂ ਜਿਹੜੇ ਗੁੰਗੇ ਹੁੰਦੇ ਆ ਜਦੋਂ ਉਹ ਗੱਲ ਕਰਦੇ ਆ ਤੇ ਉਹ ਬੋਲਦੇ ਥੋੜੀ ਆ, ਉਹਨਾਂ ਦੀ ਬੋਡੀ ਲੈਂਗੁਏਜ, ਉਹਨਾਂ ਦੇ ਅੰਦਾਜ਼ ਇਦਾਂ ਦੇ ਹੁੰਦੇ ਆ। ਜਿੱਦਾਂ ਆਪਾਂ ਸੈਨਤ ਵੀ ਤੁਹਾਨੂੰ ਪੜਾਇਆ ਸੀ ਨਾ, ਸੈਨਤ ਕੀ ਹੁੰਦੀ ਆ? ਇਸ਼ਾਰਾ। ਤਾਂ ਹੁਣ ਮੇਰੇ ਇਸ਼ਾਰੇ ਇਦਾਂ ਦੇ ਹੋਣੇ ਚਾਹੀਦੇ ਆ, ਮੇਰੀ ਬੋਡੀ ਲੈਂਗੁਏਜ ਇਦਾਂ ਦੀ ਹੋਣੀ ਚਾਹੀਦੀ ਆ ਕਿ ਤੁਸੀਂ ਮੇਰੇ ਉਸ ਲੈਂਗੁਏਜ ਨੂੰ, ਇਸ਼ਾਰੇ ਨੂੰ ਸਮਝ ਸਕੋ। ਮਤਲਬ ਜੇ ਮੈਂ ਇਦਾਂ ਕੀਤਾ ਇਹਦੇ ਦਾ ਮਤਲਬ ਬੈਠ ਜਾਓ, ਜੇ ਮੈਂ ਇਦਾਂ ਕੀਤਾ ਇਹਦੇ ਦਾ ਮਤਲਬ ਇੱਧਰ ਨੂੰ ਕਿਹਾ ਤੇ ਇਹਦਾ ਮਤਲਬ ਪਰ ਇਹਨੂੰ ਕਿਹਾ ਤੇ ਇਹਦਾ। ਇਹ ਇਸ਼ਾਰੇ ਆ, ਇਹ ਲੈਂਗੁਏਜ ਆ, ਇਹ ਵੀ ਇੱਕ ਭਾਸ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਸ਼ਾਰਿਆਂ ਦੀ ਭਾਸ਼ਾ। ਜਦ ਤੁਸੀਂ ਤੁਰੇ ਜਾਂਦੇ ਕਿਸੇ ਨੂੰ ਇਦਾਂ ਸਿਰ ਝੁਕਾ ਦਿੰਦੇ ਆ, ਜਾਂ ਤੁਰੇ ਜਾਂਦੇ ਤਾਂ ਅਸੀਂ ਬਾਏ ਕਰ ਦਿੰਦੇ ਹਾਂ, ਇਹ ਇਸ਼ਾਰੇ ਹੁੰਦੇ, ਸੈਂਸ ਹੁੰਦੇ। ਸੋ ਇਦਾਂ ਬੋਡੀ ਲੈਂਗੁਏਜ ਸਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ, ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਨੌਲੇਜ ਹੋਣੀ ਚਾਹੀਦੀ। ਤਾਂ ਬਹੁਤ ਖੁਸ਼ੀ ਹੋਈ, ਬੱਚੇ ਨੇ ਬੜੇ ਵਧੀਆ ਅੰਦਾਜ਼ ਦੇ ਵਿੱਚ ਜਿਹੜੀ ਇਹ ਕਵਿਤਾ ਆਪਣੇ ਨਾਲ ਸਾਂਝੀ ਕੀਤੀ। ਇਹ ਮੈਂ ਇਹਨਾਂ ਬੱਚਿਆਂ ਦੇ ਲਿਆ ਕੇ ਤਾਂ ਖੜਾ ਕੀਤਾ ਵੀ ਕੱਲ ਨੂੰ 8-9 ਮਹੀਨੇ ਹੋ ਗਏ, ਤੁਹਾਨੂੰ ਵੀ ਕਿਤੇ ਕੋਈ ਖੜਾ ਕਰਕੇ ਗੱਲਾਂ ਚਾਰ ਪੁੱਛ ਲਵੇ, ਤੁਹਾਨੂੰ ਕੁਝ ਪਤਾ ਹੀ ਨਾ ਹੋਵੇ। ਮਤਲਬ ਇਹਨਾਂ ਮੈਂ ਬੜੀ ਜਿਹੜੀ ਟੀਵੀ ਦੇ ਯਾਨੀ ਮੋਬਾਈਲ ਦੇ ਉੱਤੇ ਇੰਟਰਨੈਟ ਤੇ ਬੁਲਾਈ ਵੀ ਬਹੁਤ ਹੀ ਕੀਤਾ ਮੁੰਡੇ ਨੂੰ। ਤੇ ਗੁਰਦੁਆਰਾ ਸਾਹਿਬ ਕਿੰਨੇ ਵਜੇ ਟਾਈਮ ਜਾਂਦਾ ਦੱਸੀ ਸਾਰਿਆਂ ਨੂੰ? ਸਵੇਰੇ ਸ਼ਾਮ ਡੇਲੀ ਜਾਂਦਾ ਲਗਾਤਾਰ। ਹੁਣ ਬੇਟੇ ਧਿਆਨ ਦਿਓ, ਵੈਸੇ ਗੱਲ ਸੋਚਣ ਵਾਲੀ ਆ। ਤੁਸੀਂ ਹਫ਼ਤੇ 'ਚ ਇੱਕ ਦਿਨ ਆਉਂਦੇ ਹੋ, ਸਿਰਫ ਇੱਕ ਦਿਨ, ਉਹ ਵੀ ਆਪਾਂ ਕਲਾਸ ਲਾਉਣ ਕਰਕੇ। ਤੁਸੀਂ ਉੱਦਾਂ ਕਦੇ ਗੁਰਦੁਆਰਾ ਸਾਹਿਬ ਆਏ? ਬਹੁਤ ਘੱਟ ਬੱਚੇ, ਜਿਹੜੇ 2-4 ਬੱਚੇ ਮੇਰੀ ਨਿਗਾਹ ਦੇ ਵਿੱਚ ਵਾ ਜਿਹੜੇ ਰੂਟੀਨ 'ਚ ਆਉਂਦੇ ਆ। ਮੇਰਾ ਕਹਿਣ ਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਮਤਲਬ ਕਿ ਆਪਣੇ ਹੋਰ ਕੰਮ ਛੱਡ ਕੇ ਗੁਰਦੁਆਰੇ ਆਣ ਕੇ ਬਹਿ ਜਾਣਾ, ਕਿੱਦਾਂ ਨਹੀਂ ਹੁੰਦੀ। ਜਦੋਂ ਵੀ ਸਾਡੇ ਕੋਲ ਕੋਈ ਸਮਾਂ ਮਿਲਦਾ, ਖਾਸ ਕਰਕੇ ਸ਼ਾਮ ਨੂੰ, ਤੁਸੀਂ ਆਪਣੇ ਸਕੂਲ ਦੇ ਵਰਕ ਤੋਂ, ਘਰ ਦੇ ਕੰਮਕਾਰ ਤੋਂ ਵਿਹਲੇ ਹੋ ਜਾਂਦੇ ਹੋ, ਤੇ ਬਜਾਏ ਤੁਸੀਂ ਉੱਥੇ ਮਤਲਬ ਕਿ ਆਪਣਾ ਟਾਈਮ ਵੇਸਟ ਕਰਨ ਦੇ, ਤੁਸੀਂ ਇੱਥੇ ਗੁਰਦੁਆਰਾ ਸਾਹਿਬ ਆ ਜਾਓ। ਇੱਥੇ 4 ਵਜੇ ਤੋਂ ਗੁਰਦੁਆਰਾ ਸਾਹਿਬ ਦੇ ਦੁਆਰ ਖੋਲ੍ਹ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਵਿੱਚ ਆਪਾਂ ਇੱਥੇ ਬੈਠਦੇ ਆ, ਇੱਥੇ ਕੋਈ ਸਾਫ਼ ਸਫਾਈ ਦਾ ਕੰਮ ਕਰ ਸਕਦੇ ਆ, ਇੱਥੇ ਆਪਾਂ ਕੁਝ ਸਿੱਖ ਸਕਦੇ ਆ। ਗੁਰਬਾਣੀ ਦਾ ਪਾਠ ਇੱਥੇ ਸਿਖਾਇਆ ਜਾਂਦਾ। ਕੁਝ ਬੱਚੇ ਆਉਂਦੇ ਆ, ਉਹਨਾਂ ਨੂੰ ਗੁਰਬਾਣੀ ਦਾ ਪਾਠ ਸਿਖਾਇਆ ਜਾਂਦਾ ਡੇਲੀ। ਫਿਰ ਉਹਨਾਂ ਨੂੰ ਰਹਿਰਾਸ ਸਾਹਿਬ ਦਾ ਪਾਠ ਇੱਥੇ ਮਾਈਕ ਦੇ ਉੱਤੇ ਕਰਨ ਵਾਸਤੇ ਵੀ ਜਿਹੜੇ ਬੱਚੇ ਸਿੱਖ ਜਾਂਦੇ ਆ, ਉਹਨਾਂ ਨੂੰ ਬਿਠਾ ਕੇ ਉਹਨਾਂ ਕੋਲ ਪਾਠ ਕਰਵਾਇਆ ਜਾਂਦਾ। ਜੇ ਜੋਗਾ ਸਿੰਘ ਤੇ ਰਹਿਰਾਸ ਦਾ ਪਾਠ ਜਿਹੜਾ ਸ਼ਾਮ ਨੂੰ ਮਹਾਰਾਜ ਜੀ ਤਾਬੇ 'ਚ ਬੈਠ ਕੇ ਅੱਧਾ ਕੁ ਪਾਠ ਇਹਨੇ ਸਿੱਖ ਲਿਆ, ਤੇ ਅਸੀਂ ਇਹਦਾ ਝੱਕ ਲਾਉਂਦੇ ਆ ਵੀ ਇਹ ਜਿੰਨਾ ਮਤਲਬ ਬੋਲ ਸਕਦਾ, ਜਿੱਥੋਂ ਤੱਕ ਸਹੀ ਕਰ ਸਕਦਾ, ਜਿੱਥੋਂ ਤੱਕ ਇਹਨੇ ਸਿੱਖ ਲਿਆ ਉਹਨਾਂ ਪਾਠ ਦੇ ਕੋਲੋਂ ਕਰਵਾਇਆ ਜਾਂਦਾ। ਸੋ ਇੱਦਾਂ ਜਦੋਂ ਆਪਾਂ ਮਿਹਨਤ ਕਰਾਂਗੇ ਤਾਂ ਫਿਰ ਆਪਾਂ ਬੁਲੰਦੀਆਂ ਨੂੰ ਜ਼ਰੂਰ ਛੂਹਾਂਗੇ। ਜੇ ਹੁਣ ਆਪਾਂ ਡਰਦੇ ਹੀ ਰਵਾਂਗੇ, ਇਸ ਕਰਕੇ ਜਿੱਦਾਂ ਟਿੰਕੂ ਜੀ ਕਹਿ ਰਹੇ ਆ ਵੀ ਤੁਹਾਡੇ ਵਿੱਚੋਂ ਅਗਰ ਕੋਈ ਬੱਚਾ ਆਪਾਂ ਕਿਸੇ ਹੋਰ ਥਾਂ ਦੇ ਉੱਤੇ ਲਿਜਾ ਕੇ ਬੁਲਾਉਣਾ ਹੋਵੇ, ਜੋ ਕੁਝ ਵੀ ਤੁਸੀਂ ਪੜ੍ਹਿਆ, ਇਹ ਨਹੀਂ ਵੀ ਅਸੀਂ ਕਹਿੰਦੇ ਕੋਈ ਤੁਹਾਨੂੰ ਜਿਹੜਾ ਨਹੀਂ ਆਉਂਦਾ ਤੁਹਾਡੇ ਕੋਲ ਬੁਲਾਇਆ ਜਾਵੇ, ਨਹੀਂ। ਜੋ ਕੁਝ ਤੁਸੀਂ ਪੜ੍ਹਿਆ ਜਾਂ ਜੋ ਕੁਝ ਵੀ ਤੁਹਾਨੂੰ ਯਾਦ ਆ, ਜੇ ਤੁਹਾਨੂੰ ਕਿਤੇ ਬੁਲਾਉਣਾ ਹੋਵੇ ਤਾਂ ਤੁਸੀਂ ਡਰਨਾ ਨਹੀਂ ਕਿਸੇ ਤਰ੍ਹਾਂ ਦਾ। ਬਿਲਕੁਲ ਜਿੱਦਾਂ ਆਪਾਂ ਇੱਥੇ ਮੈਂ ਹੁਣ ਵਾਰੀ ਖੜੇ ਕਰਕੇ ਤਾਂ ਹੀ ਸੁਣੀਦਾ ਨਾ, ਥੋੜਾ ਅਭਿਆਸ ਕਰਵਾ ਰਹੇ ਹਾਂ ਵੀ ਖੜੇ ਹੋ ਕੇ ਤੁਹਾਨੂੰ ਬੋਲਣ ਦਾ ਪਤਾ ਲੱਗੇ ਵੀ ਕਿੱਦਾਂ ਬੋਲਣਾ। ਇੱਦਾਂ ਫਿਰ ਆਪਾਂ ਤੁਹਾਨੂੰ ਲੈਕਚਰ, ਕਵਿਤਾਵਾਂ ਵਗੈਰਾ ਵੀ ਦਿਆਂਗੇ, ਤੁਸੀਂ ਇੱਦਾਂ ਸਟੇਜਾਂ 'ਤੇ ਜਾ ਕੇ ਬੜੇ ਡਰ ਤੋਂ ਰਹਿਤ ਹੋ ਕੇ ਬੋਲਣਾ। ਠੀਕ ਹੈ ਜੀ, ਚਲੋ ਟਾਈਮ ਆਪਣਾ ਲਗਭਗ ਨੇੜੇ ਹੋ ਗਿਆ। ਕੁਝ ਲੜਕੀਆਂ ਕੋਲ ਥੋੜਾ ਜਿਹਾ ਕੁਝ ਹੋਰ ਤਾਂ ਨਹੀਂ ਆਪਣਾ, ਕੁਝ ਹੋਰ ਤਾਂ ਨਹੀਂ ਨਹੀਂ, ਚਲੋ ਇਹਨਾਂ ਦਾ ਤਾਂ ਹੋ ਗਿਆ। ਕੋਈ ਇਹ ਆਪਾਂ ਇੱਕ ਐਗਜ਼ਾਮਪਲ ਹੀ ਸੀ ਇਹਨਾਂ ਨੂੰ ਦੇਣੀ ਆ। ਤੇ ਬਾਕੀ ਬੇਟੇ ਗੁਰਬਾਣੀ ਦਾ ਪਾਠ ਸਿੱਖਦੇ ਆ, ਜਪਜੀ ਸਾਹਿਬ, ਰਹਿਰਾਸ, ਕਿਹੜੀ ਬਾਣੀ ਦਾ ਪਾਠ ਸਿੱਖਦੇ ਆ? ਸ਼ੁਰੂ ਕੀਤੀ ਹੈ, ਕਿੰਨਾ ਕੁ ਸਿੱਖ ਲਿਆ? ਠੀਕ ਹੈ। ਤੇ ਪਾਪਾ ਦਾ ਕੀ ਨਾਮ? ਗੁਰਵਿੰਦਰ ਸਿੰਘ। ਕਿੱਥੇ ਘਰ ਮਿੱਠੇ ਆ? ਅੱਛਾ, ਇੱਥੇ ਨਾਨਕੇ ਰਹਿੰਦੇ। ਠੀਕ ਹੈ। ਉੱਥੇ ਪਾਠ ਕੋਰਸ ਹੁੰਦਾ ਤੁਹਾਨੂੰ? ਨਾ ਭਾਈ, ਠੀਕ, ਚਲੋ ਬਹੁਤ ਵਧੀਆ, ਬੈਠ ਜਾਓ। ਹਾਂਜੀ ਬੇਟਾ ਤੁਸੀਂ ਨਹੀਂ ਪੜ੍ਹੋ ਤੁਸੀਂ।
ਠੀਕ ਹੈ ਬੈਠ ਜਾਓ ਸ਼ਾਬਾਸ਼ ਨੈਕਸਟ ਹਾਂ फेरी ਹਮ, मेरी ਹਮ, केरी ਹਮ, मेथी पेटी ਸ਼ਾਬਾਸ਼ ਨੈਕਸਟ किसे किन्ने सिरे नीरे फिरे फिरे ਸ਼ਾਬਾਸ਼ ਨੈਕਸਟ हिरन हिरनी फिरनी सिफर फिकर किरम ਸ਼ਾਬਾਸ਼ ਨੈਕਸਟ ਪਿੱਛੋਂ ਲਾਸਟ ਖੁਸ਼ੀ हैप्पी मेरी ਨੋ मैरी मैरी कैरी कैरी कैसी ਚਲੋ ਨੈਕਸਟ ਦਿਸਦਾ ਸਹੀ ਦਿਸਦਾ ਠੀਕ ਹੈ ਪਤਲੇ ਬੁਲਾਵਾ ਪੈ ਨੰਨੀ ਪਿਆਰੀ पेन ਪੈਨ ਮੰਮੀ ਬੁਲਾਵਾ ਮੈਂ ਨੰਨੀ ਪਿਆਰੀ ਮੀ ਕੀ ਬਣਿਆ ਮੈਂ ਸ਼ਾਬਾਸ਼ ਡੱਡੇ ਬੁਲਾਵਾ ਟੈ ਮੰਮੀ ਪਿਆਰੀ ਮੀ ਡੈਨੀ ਸੱਸੇ ਬੁਲਾਵਾ ਸੈ ਮੰਮੀ ਪਿਆਰੀ मी सैमी ਠੀਕ ਆ ਦਾਰੇ ਲਾਵਾ ਰੇ ਨੰਨੀ ਪਿਆਰੀ ਮੀ रेनी ਰੇ ਸ਼ਾਬਾਸ਼ बोलूंगी ਇਹ ਵਾਲੀ बोलूंगी ਹਾਂਜੀ ਇਹ ਲੈ ਪੁੱਤ ਉੱਚੀ ਆਵਾਜ਼ ਕਰ ਰਹੇ हैं ਇਹ ਪੜੋ ससा ससे कन्ना फफा साक दादा दे कन्ना दादा बाबा जीजी कन्ना वाजा ਜੋ ਵਾਵਾ ਜੀ ਕਰਨਾ ਜਾ ਵਜ਼ਾ ਵਾਵੇ ਨੂੰ ਕਰਨਾ ਨਹੀਂ ਨਾ ਲੱਗਾ ਹੋਣਾ ਜੇ ਵਾਵੇ ਨੂੰ ਕਰਨਾ ਹੁੰਦਾ ਫਿਰ ਹੋਣਾ ਸੀ ਵਾ ਹੁਣ ਵਾਵਾ ਮੁਕਤਾ ਹੈ ਉਹਨੂੰ ਕੋਈ ਮਾਤਰਾ ਨਹੀਂ ਵਾਵੇ ਦੀ ਕੱਲੇ ਵਾਵੇ ਦੀ ਆਵਾਜ਼ ਨਹੀਂ ਵ ਜਾ ਵਜ਼ਾ ਚਲੋ ਕੱਗੇ ਕਰਨਾ ਹਾਂ ਹਾਂ ਕਾ का ਭੱਦੇ ਕਰਨਾ पप्पे कन्ना ਫਰਾਰੇ ਕਰਨਾ परा ਭਾਲਾ पारा ਚਲੋ ਠੀਕ ਆ ਹੋਰ ਕੋਈ ਬੱਚਾ ਅੱਗੇ ਜਿਹੜਾ ਬੋਲ ਸਕਦਾ ਹਾਂਜੀ ਬੋਲ सनु कन्ना फफा साक ਹੈ ससे हाँ, ठीक है। कन्ना फफा साक ददन कन्ना दादा जिज्जनु जिज्जा वावा वावा जिज्जनु कन्ना ਵਜ਼ਾ वजा ਹੂੰ गगन कन्ना फफा काहा ਹੂੰ पारा ਹੂੰ ਹੈੜਾ हेड़ा ਚਿੱਚੇ ਕਰਨਾ चार ਅਚਾਰ ਠੀਕ मकान ਆਰਾ आरा तत्ता बब्बे बब्बा ललन कन्ना तपला ਤਬਲਾ ਠੀਕ ਹੈ ਚਲੋ ਫਿਰ ਠੀਕ ਹੈ ਕੁਝ ਹੋਰ ਰਹਿ ਗਿਆ ਕੋਈ उड़ाड़ा सुनाओ ਤੁਸੀਂ ਇਹ ਥੱਲੇ ਲਿਖਿਆ ਪੜੋ शाम कर आ ਹੂੰ साबण नाल हथ साफ कर ਬੇਟਾ ਧਿਆਨ ਦਿਓ ਸਾਰੇ ਬੱਚੇ ਇੱਧਰ ਧਿਆਨ ਦਿਓ खाना खा ਹੂੰ आराम कर ਹੂੰ मकान साफ कर ਹੂੰ चाचा आ ਹੂੰ फल खा रंग गा रंग ਰਾਗ राग गा ਹੂੰ अज ना जा ਹੂੰ काका आ ਹੂੰ गाजर ना खा ਹੂੰ धागा कट ਹੂੰ मामा अज ना जा कार चला ਚਲੋ ਠੀਕ ਹੈ ਸ਼ਾਬਾਸ਼ ਵੈਰੀ ਗੁੱਡ ਕਿੰਨੀ ਕਲਾਸ ਚ ਪੜਦਾ ਦੱਸ ਵੀ ਦੇਣਾ सेकंड ਦੂਜੀ ਚ ਪੜਦਾ ਫਿਰ ਥਰਡ ਕਲਾਸ ਹੁਣ ਥਰਡ ਵਿੱਚ ਹੋਇਆ। ਥਰਡ ਚ ਹਾਂ ਤਾਂ ਦੂਸਰੀ ਕਲਾਸ ਪਾਸ ਕੀਤੀ ਹੈ ਤਾਂ ਹੁਣ ਤੁਸੀਂ ਦੇਖ ਲਓ ਇਹਦੇ ਜਿਹੜਾ ਅੰਦਾਜ਼ ਸੀਗਾ ਬੋਲਣ ਦਾ ਉਹ ਪੂਰੇ ਸੈਂਟੈਂਸ ਬਣਦੇ ਸੀ ਮਤਲਬ ਸ਼ਾਮ ਘਰ ਆ ਸੰਬੋਧਨ ਕੀਤਾ ਜਾ ਰਿਹਾ ਹੈ ਨਾ ਕਿਸੇ ਨੂੰ ਕਿਹਾ ਜਾ ਰਿਹਾ ਵੀ ਸ਼ਾਮ ਘਰ ਨੂੰ ਆ ਜਾ ਫਿਰ ਸਾਬਣ ਨਾਲ ਹੱਥ ਸਾਫ਼ ਕਰ ਖਾਣਾ ਖਾ ਇਦਾਂ ਨਹੀਂ ਕਿਹਾ ਖਾਣਾ ਖਾ ਜਿਹੜਾ ਉਹਦੇ ਚੋਂ ਭਾਵ ਪੈਦਾ ਹੁੰਦਾ ਜਿਹੜਾ ਸ਼ਬਦ ਜਿਹਦੇ ਵਿੱਚੋਂ ਜੋ ਉਹਦੇ ਭਾਵ ਪੈਦਾ ਹੁੰਦੇ ਉਦਾਂ ਕਰਕੇ ਆਪਾਂ ਨੂੰ ਬੋਲਣਾ ਪੈਣਾ ਆਰਾਮ ਕਰ ਮਕਾਨ ਸਾਫ਼ ਰੱਖ ਚਾਚਾ
ਆ ਫਲ ਖਾ ਰਾਗ ਗਾ ਅੱਜ ਨਾ ਜਾ ਕਾਕਾ ਆ ਗੱਜ ਨਾ ਖਾ ਧਾਗਾ ਕੱਟ ਮਾਮਾ ਅੱਜ ਨਾ ਜਾ ਕਾਰ ਚਲਾ। ਇਹਦਾ ਸੈਂਟੈਂਸ ਬਣ ਨਾ ਪੂਰੇ। ਸੋ ਇਦਾਂ ਜੇ ਆਪਾਂ ਅਭਿਆਸ ਕਰਾਂਗੇ ਫੇਰ ਗੱਲ ਬਣਦੀ। ਇਦਾਂ ਇਹ ਗੱਲ ਨੋਟ ਕਰ ਲਓ ਬੇਟੇ, ਸਾਰੇ ਜਣੇ ਪੱਕੀ ਨੋਟ ਕਰ ਲਓ। ਮਤਾ ਸਮਝਿਓ ਵੀ ਸੰਡੇ ਦੇ ਸੰਡੇ ਇੱਕ ਦਿਨ ਤੁਸੀਂ ਆਉਣ ਦੇ ਨਾਲ ਤੇ ਤੁਸੀਂ ਪੰਜਾਬੀ ਦੇ ਮਾਹਰ ਹੋ ਗਏ ਨਹੀਂ। ਤੁਹਾਨੂੰ ਰੋਜ਼ ਮਿਹਨਤ ਕਰਨੀ ਪੈਂਦੀ। ਜਿਹੜੇ ਲੈਸਨ ਆਪਾਂ ਇੱਥੇ ਦਿੰਦੇ ਆ, ਜੋ ਤੁਹਾਨੂੰ ਸਿਖਾਇਆ ਜਾਂਦਾ, ਇਹਦਾ ਰੋਜ਼ ਅਭਿਆਸ ਕਰੋ, ਰੋਜ਼। ਇਸ ਤੋਂ ਪਿਛਲੇ ਅੱਖਰਾਂ ਦਾ ਵੀ ਹੁਣ ਆਪਾਂ ਲਾਮ ਦਲਾਮ ਅੱਜ ਪੜ੍ਹੀਆਂ ਨਾ। ਹੁਣ ਇਸ ਤੋਂ ਪਹਿਲਾਂ ਕੰਨਾ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਹੂੜਾ ਕਨੌੜਾ, ਇਹ ਸਾਰੇ ਸ਼ਬਦ ਜਿਹੜੇ ਇਹ ਇਹਨਾਂ ਨੂੰ ਭੁੱਲ ਥੋੜੀ ਜਾਣਾ ਆਪਾਂ, ਇਹਨਾਂ ਨੂੰ ਵੀ ਨਾਲ ਨਾਲ ਚੱਕਿਆ। ਜੇ ਆਪਾਂ ਅੱਗੇ ਪੜ੍ਹੀ ਗਏ ਤੇ ਪਿਛਲਾ ਭੁੱਲੀ ਗਏ ਤੇ ਉਹ ਇੱਕ ਪੰਜਾਬੀ ਦੀ ਕਹਾਵਤ ਆਉਂਦੀ ਅੱਗਾ ਦੌੜ ਮਾਸਟਰ ਆ ਵੀ ਕਿਹੜਾ ਸੀਗਾ ਜੋਗਾ ਖੜਾ ਹੋਈ ਮੜਾ ਜਾ ਖੜਾ ਤਾਂ ਹੋ ਖੜਾ ਹੋ। ਹਾਂ ਇਹਦਾ ਸਾਰਿਆਂ ਨੂੰ ਪਤਾ ਲੱਗਦਾ ਵੀ ਇਹ ਮੁੰਡਾ ਐਕਸਪਰਟ ਹੈ ਸਾਰਿਆਂ ਵਿੱਚੋਂ। ਜਿੰਨੇ ਜਵਾਬ ਦੇਣਾ ਖੜੇ ਹੋ ਕੇ ਦਿਆ ਕਰੋ। ਅੱਛਾ ਹੁਣ ਦੱਸੋ, ਹੁਣ ਇਹ ਜਿਹੜਾ ਮੈਂ ਮੁਹਾਵਰਾ ਬੋਲਿਆ ਸੀ ਅੱਗਾ ਦੌੜ ਕੇ ਪਿੱਛਾ ਚੌੜ, ਹੋਰ ਕਿਸੇ ਨੂੰ ਆਉਂਦਾ ਸੀ? ਨਹੀਂ ਸੀ ਆਉਂਦਾ ਨਾ। ਨਵੀਂ ਚੀਜ਼ ਸਿੱਖੀ ਹੈ ਨਾ। ਅੱਗਾ ਦੌੜ ਪਿੱਛਾ ਚੌੜ ਦਾ ਮਤਲਬ ਕੀ ਹੁੰਦਾ? ਪਿੱਛਾ ਛੱਡੀ ਜਾਓ। ਸ਼ਾਬਾਸ਼। ਮਤਲਬ ਅੱਗੇ ਨੂੰ ਭੱਜੀ ਜਾਣਾ ਤੇ ਪਿਛਲਾ ਭੁਲਾਈ ਜਾਣਾ, ਪਿਛਲਾ ਚਿੱਤੇ ਨਹੀਂ ਰੱਖਣਾ। ਸੋ ਕਹਿੰਦੇ ਇਦਾਂ ਆਪਣੇ ਨਾਲ ਨਾ ਹੋਵੇ। ਇਹ ਨਾ ਹੋਵੇ ਵੀ ਆਪਾਂ ਮੁਹਾਵਰੇ ਸਾਰੀ ਪੜ੍ਹ ਲਈ, ਸ਼ਬਦਾਂ ਦੇ ਜੋੜ ਵੀ ਪੜ੍ਹ ਲੈ ਤੇ ਜਿਹੜੇ ਪਹਿਲੇ ਕੰਨੇ ਬਿਹਾਰੀਆਂ ਸਿਹਾਰੀਆਂ ਉਹ ਸਾਰੀਆਂ ਭੁੱਲ ਜੀ। ਇਦਾਂ ਨਹੀਂ ਹੋਣਾ ਚਾਹੀਦਾ। ਸੋ ਯਾਦ ਰੱਖਣਾ। ਕੰਮ ਕਰਕੇ ਆਏ ਅੱਜ? ਕਿਹਨੇ ਕੀਤਾ? ਜਿਹਨੇ ਕੀਤਾ ਉਹੀ ਹੱਥ ਖੜੇ ਕਰਿਓ, ਜਿਹਨੇ ਨਹੀਂ ਕੀਤਾ ਉਹ ਨਾ ਕਰੇ। ਚਲੋ ਇਹਦੇ ਵਿੱਚੋਂ ਮੈਂ ਜਿਹਨੂੰ ਕਹੂੰਗਾ ਉਹ ਕਾਪੀ ਲੈ ਕੇ ਆਉਣਗੇ ਕਿ ਤੁਸੀਂ ਲੈ ਕੇ ਆਓ। ਹਾਂ ਹੱਥ ਖੜੇ ਰੱਖੋ। ਤੁਸੀਂ ਲੈ ਕਾਪੀ ਆਪਣੀ ਇੱਕ ਤੁਸੀਂ ਲੈ ਆਓ। ਹਾਂਜੀ ਤੁਸੀਂ ਕੀ ਕਹਿ देखो दो टीचर खड़े हाँ जी ਅਭਿਆਸ ਕਰਨਾ। गग्गा गम्मा गग्गा का ਉਦੋਂ ਲੱਗ ਵੀ ਕਾਪੂ ਦੇ ਬਾਹਰ ਲੱਗ ਜਾਂਦਾ ਦੇਖੋ ਕੰਦਾ ਹੀ। ਚਲੋ ਬੇਟੇ ਸਭ ਰੌਲਾ ਨਹੀਂ, ਗੱਲਾਂ ਨਹੀਂ। ਚਲੋ ਜਿੰਨਾ ਚਿਰ ਬੈਠ ਗਏ ਉਹ ਹੱਸਣਾ ਨਹੀਂ। ਰੌਲਾ ਨਹੀਂ ਕਿਸੇ ਨੇ ਕਹਿਣਾ। बब्बा बकरी पप्पा पेड़ मम्मा मच्छरी बिया यक्का लल्ला लाटू बाबा वेले ਆਪਾਂ ਕਿੱਥੇ ਭਲਾ? फिर भी नहीं खाते नहीं Efficiency गद्यार बिंदी गावले जिगर बिंदी जाबले सारी बिंदी खावले अन्य बिला बोले वेरी गुड। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਤੇ ਬਹੁਤ ਸੋਹਣੀ ਸੇਵਾ ਨਿਭਾਉਣ ਵਾਸਤੇ ਸਾਰੇ ਬੱਚੇ ਅੱਜ ਆਪ ਹੀ ਲੱਗੇ। ਮੈਂ ਸਾਰੇ ਬੱਚਿਆਂ ਨੂੰ ਕਿਹਾ ਵੀ ਤੁਸੀਂ ਸੀਨੀਅਰ ਸਾਰੇ ਜਿੰਨੇ ਬੱਚੇ ਹੁੰਨੇ ਤੇ ਬਸ ਆਪ ਕੋਸ਼ਿਸ਼ ਕਰਿਆ ਕਰੋ ਹਰੇਕ ਉਪਰਾਲਾ ਕਰਨ ਦੀ। ਤੇ ਜਿਹੜੇ ਸੀਨੀਅਰ ਹੁੰਦੇ ਆ ਉਹ ਜੂਨੀਅਰਾਂ ਨੂੰ ਹਰੇਕ ਚੀਜ਼ ਵੰਡ ਕੇ ਆਪ ਦੇ ਸਕਦੇ ਹੈ ਨਾ। ਤੇ ਚਲੋ ਬਹੁਤ ਵਧੀਆ ਉਪਰਾਲਾ ਬੱਚੇ ਲੱਗੇ ਕਰਨ ਤਾਂ ਬਹੁਤ ਵਧੀਆ ਲੱਗਦਾ, ਕਿਉਂਕਿ ਆਪਾਂ ਹਰੇਕ ਬੱਚੇ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ। ਜਿਹੜੀ ਮੇਨ ਗੱਲ ਆ ਬੱਚਿਆਂ ਨੂੰ ਜ਼ਿੰਮੇਵਾਰ ਬਣਾਉਣਾ ਆਪਾਂ ਵੀ ਆਪਾਂ ਕਿੱਦਾਂ ਸੇਵਾ ਕਰ ਸਕਦੇ ਹਾਂ, ਕਿੱਦਾਂ ਕਰਨੀ ਚਾਹੀਦੀ ਆਪਾਂ ਨੂੰ। ਤੇ ਕੋਸ਼ਿਸ਼ ਆਪਾਂ ਕਰ ਸਕਦੇ ਹਾਂ ਤੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਕਰ ਦਿੰਦੇ ਆ। ਤੇ ਜਿੰਨੇ ਵੀ ਸੇਵਾ ਪਿੰਡ ਖੈੜਾ ਦੋਨਾ ਗਰੁੱਪ ਵੱਲੋਂ ਮੁਫਤ ਸੇਵਾ ਵੱਲੋਂ ਜਿੰਨੇ ਵੀ ਭੈਣ ਭਰਾ ਸੇਵਾ ਭੇਜਦੇ ਆ
ਆਪਣੇ ਦਹਾਨੋਂ ਦੀ ਕਿਰਤ ਕਮਾਈ ਚੋਂ। ਤੇ ਵਾਹਿਗੁਰੂ ਜੀ ਉਹਨਾਂ ਦੇ ਸਾਰੇ ਭੈਣ ਭਰਾਵਾਂ ਦੇ ਖਜ਼ਾਨੇ ਹਮੇਸ਼ਾ ਭਰਪੂਰ ਕਰੇ ਤੇ ਪਰਿਵਾਰਾਂ 'ਚ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾ ਬਖਸ਼ੇ। ਤੇ ਜਿਹੜੇ ਕਿ ਪਿੰਡ ਖੇੜਾ ਦੋਨਾ ਗਰੁੱਪ ਨੂੰ ਸੇਵਾ ਦਿੰਦੇ ਆ, ਤੇ ਉਸ ਸੇਵਾ ਦੇ ਨਾਲ ਹੀ ਇਹ ਜਿਹੜੇ ਹਰ ਐਤਵਾਰ ਬੱਚਿਆਂ ਦੀ ਪੰਜਾਬੀ ਮਾਂ ਬੋਲੀ ਦੀ ਕਲਾਸ ਲਗਾਈ ਜਾਂਦੀ ਆ ਤੇ ਸਾਰੇ ਬੱਚਿਆਂ ਦੇ ਖਾਣ ਵਾਸਤੇ ਇਹ ਡਾਈਟ ਲਿਆਂਦੀ ਜਾਂਦੀ ਆ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਹੀ ਭੈਣ ਭਰਾਵਾਂ ਦਾ, ਤੇ ਜਿਹੜੇ ਆਪਣੇ ਦਹਾਨੋਂ ਦੀ ਕਿਰਤ ਕਮਾਈ 'ਚ ਦਸਵੰਧ ਕੱਢ ਕੇ ਤੇ ਪਿੰਡ ਖੇੜਾ ਦੋਨਾ ਗਰੁੱਪ ਮਨੁੱਖਤਾ ਦੀ ਸੇਵਾ ਨੂੰ ਭੇਜਦੇ ਆ। ਤੇ ਜਿਹਦੇ ਨਾਲ ਇਹ ਬੱਚਿਆਂ ਦੀ ਜਿਹੜੀ ਪੰਜਾਬੀ ਮਾਂ ਬੋਲੀ ਦੀ ਕਲਾਸ ਹਰ ਐਤਵਾਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਲਗਾਈ ਜਾਂਦੀ ਆ। ਉਹਦੇ ਵਿੱਚ ਬੱਚਿਆਂ ਨੂੰ ਇਹ ਡਾਈਟ, ਕਿਤਾਬਾਂ, ਪੈਨ, ਕਾਪੀਆਂ, ਪੈਨਸਲਾਂ ਤੇ ਜੋ ਵੀ ਆ ਵੀ ਸਾਰਾ ਹੀ ਸਾਰਿਆਂ ਦੀ ਬਦੌਲਤ ਹੀ ਹਰੇਕ ਚੀਜ਼ ਪਹੁੰਚ ਕਰਦੀ ਆ, ਉਹ ਮਿਲਦੀ ਆ ਸਾਰੇ ਬੱਚਿਆਂ ਨੂੰ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਭਰਾਵਾਂ ਦਾ। ਤੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ੇ, ਹਿੰਮਤ ਬਖਸ਼ੇ, ਹਰੇਕ ਭੈਣ ਭਰਾ ਨੂੰ ਸੇਵਾ ਕਰੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਜਿੰਦੇ ਟੂਟ ਨ ਆਵੀ, ਅਕੰਤ ਪਰੇ ਭੰਡਾਰ, ਸਭਨਾ ਜੀਆਂ ਕਾ ਇੱਕ ਦਾਤਾ। ਅਸੀਂ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਹਾਂ ਜੀ, ਤੇ ਸਾਰੇ ਹੀ ਬੱਚੇ ਬਹੁਤ ਵਧੀਆ ਤਰੀਕੇ ਨਾਲ ਗਿਆਨ ਸਿੱਖ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ। ਤੇ ਧੰਨਵਾਦ ਸਾਰੇ ਪੇਰੈਂਟਸ ਦਾ ਜਿੰਨੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਸਿੱਖਣ ਵਾਸਤੇ, ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਸਿੱਖਣ ਵਾਸਤੇ ਭੇਜਦੇ ਆ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਸਾਰੇ ਪੇਰੈਂਟਸ ਦਾ। ਤੇ ਜਿੰਨੇ ਵੀ ਭੈਣ ਭਰਾ ਹੋਰ ਵੀ ਵੀਡੀਓ ਦੇਖਦੇ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪਿੰਡ ਖੇੜਾ ਦੋਨਾ ਸਟੇਟ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ 3 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਪੰਜਾਬੀ ਮਾਂ ਬੋਲੀ ਸਿੱਖਣ ਵਾਸਤੇ ਜ਼ਰੂਰ ਭੇਜਿਆ ਕਰੋ ਜੀ, ਜਿਹਦੇ ਨਾਲ ਬੱਚੇ ਆਪਣੀ ਜ਼ਿੰਦਗੀ ਦੀਆਂ ਕਦਰਾਂ ਤੇ ਕੀਮਤਾਂ ਸਿੱਖ ਲੈਣ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਬੱਚਿਆਂ ਨੂੰ ਪਿੰਡ ਖੇੜਾ ਦੋਨਾ ਸਟੇਟ ਗੁਰਦੁਆਰਾ ਸਾਹਿਬ ਹਰ ਐਤਵਾਰ 3 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਭੇਜਦੇ ਆ ਜੀ। ਤਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।